ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਸ੍ਰੀ ਜਪਜੀ ਸਾਹਿਬ ਦੇ ਰਾਹੀਂ ਬਖਸ਼ਿਸ਼ ਕਰ ਰਹੇ ਹਨ। ਸੋ ਪਾਵਨ ਉਪਦੇਸ਼ ਜੋ ਮਹਾਰਾਜ ਨੇ ਕਿਰਪਾ ਕੀਤੀ ਹੈ, ਦੋ ਪੌੜੀਆਂ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਗੁਰਸਿੱਖੀ ਦਾ ਬਹੁਤਾ ਜ਼ਿਆਦਾ ਸਿਧਾਂਤ 80% ਸਿਧਾਂਤ ਪਹਿਲੀਆਂ ਦੋ ਪੌੜੀਆਂ ਵਿੱਚ ਹੀ ਆ ਚੁੱਕਾ ਹੈ। ਗੁਰਸਿੱਖ ਨੇ ਰਹਿਣਾ ਕਿਵੇਂ, ਜਿਉਣਾ ਕਿਵੇਂ ਹੈ। ਸੋ ਹੁਣ ਸਿੱਧਾਂ ਨੇ ਜੋ ਬੇਨਤੀਆਂ ਕੀਤੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਕੁਝ ਪ੍ਰਸ਼ਨ ਹਨ ਕਿ ਕਿਸ ਪ੍ਰਕਾਰ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਕੌਣ ਗਾਇਨ ਕਰਦਾ ਹੈ। ਸੋ ਜਿਸ ਵਿੱਚ ਜਿੰਨਾ ਕੁ ਬਲ ਹੁੰਦਾ ਓਨਾ ਕੀ ਉਹ ਪਰਮਾਤਮਾ ਨੂੰ ਗਾ ਰਿਹਾ। ਇਹ ਵੀ ਸਿੱਧਾਂ ਦੇ ਅੰਦਰ ਦੀ ਇੱਕ ਚਲਾਕੀ ਸੀ ਕਿ ਜੇ ਕੋਈ ਮਹਾਰਾਜ ਕਿਸੇ ਬਾਰੇ ਦੱਸਣਗੇ ਕਿ ਉਹਦੇ ਤਾਣ ਨੂੰ ਫਲਾਨਾ ਬੰਦਾ ਗਾਉਂਦਾ, ਉਹਦੇ ਬਲ ਨੂੰ ਗਾਉਂਦਾ ਹੈ, ਤਾਂ ਇੱਥੋਂ ਅੰਦਾਜ਼ਾ ਹੋ ਜਾਵੇਗਾ ਕਿ ਚਲੋ ਕੋਈ ਬੰਦਾ ਉਹਦੇ ਗੁਣ ਗਾ ਸਕਦਾ ਜਾਂ ਉਹਦੇ ਬਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ, ਕਿਉਂਕਿ ਬਹੁਤ ਤੇਜ਼ ਦਿਮਾਗ, ਤੇਜ਼ ਬੁੱਧੀਆਂ ਜਿਨ੍ਹਾਂ ਸਿੱਧਾਂ ਦੀਆਂ ਸਨ, ਸਿਆਣਪਾਂ ਚਤੁਰਾਈਆਂ ਦੇ ਨਾਲ ਹਰ ਇੱਕ ਨੂੰ ਜਿੱਤ ਲੈਣ ਵਾਲੇ ਸਿੱਧ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਜਿੱਤਣਾ ਚਾਹੁੰਦੇ ਹਨ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਪਹਿਲਾ ਭਾਵ ਇਹ ਹੈ ਕਿ ਜੇ ਕਿਸੇ 'ਚ ਬਲ ਹੋਵੇ ਤਾਂ ਹੀ ਉਹਦੇ ਬਲ ਨੂੰ ਕਥਨ ਕਰੇਗਾ। ਸੋ ਜਿੰਨਾ ਕਿਸੇ ਦਾ ਬਲ ਹੈ ਓਨਾ ਹੀ ਬਲ ਉਹ ਦੂਸਰੇ ਦਾ ਗਾ ਸਕਦਾ ਹੈ, ਪਰਮੇਸ਼ਰ ਦਾ। ਜਿਵੇਂ ਉਦਾਹਰਨ ਵਜੋਂ 5 ਕਿਲੋ ਦਾ ਵੱਟਾ 5 ਕਿਲੋ ਹੀ ਚੀਜ਼ ਤੋਲ ਸਕਦਾ। ਜੇ ਅਸੀਂ ਕਹੀਏ 5 ਕਿਲੋ ਦਾ ਵੱਟਾ 100 ਕਿਲੋ ਨੂੰ ਤੋਲ ਦੇਵੇ, ਉਹ ਤਾਂ ਮੁਸ਼ਕਿਲ ਹੈ ਉਹਦੇ ਵਾਸਤੇ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਸਿੱਧੋ ਜਿਹੜੀ ਮਨੁੱਖ ਦੀ ਬੁੱਧੀ ਹੈ ਇਹ ਤਾਂ ਪਰਮਾਤਮਾ ਦੇ ਸਾਹਮਣੇ ਕੁਝ ਵੀ ਨਹੀਂ ਹੈ। ਉਹ ਤਾਂ ਇੰਨਾ ਜ਼ਿਆਦਾ ਵੱਡਾ ਹੈ, ਘੱਟ ਤੋਂ ਘੱਟ ਸਭ ਤੋਂ ਛੋਟਾ 1 ਗ੍ਰਾਮ ਹੁੰਦਾ। ਉਹਦੇ ਵਿੱਚ ਵੀ ਫਿਰ ਅੱਗੇ ਰੱਤੀਆਂ ਹੁੰਦੀਆਂ ਨੇ, ਏਕ ਰੱਤੀ ਬਿਨ ਏਕ ਰੱਤੀ ਕੇ, ਲਾਲੜੀ ਵੀ ਕਹਿੰਦੇ ਉਹਨੂੰ, ਰੱਤੀ। ਬਿਲਕੁਲ ਥੋੜਾ ਜਿਹਾ ਭਾਰ ਜਿਸ ਇਨਸਾਨੀ ਬੁੱਧੀ ਦਾ ਹੈ, ਉਹ ਇੰਨਾ ਵੱਡਾ ਜੋ ਪਰਮਾਤਮਾ ਹੈ ਜਿਸ ਦਾ ਕੋਈ ਅੰਤ ਹੀ ਨਹੀਂ, ਫਿਰ ਉਹ ਪਰਮਾਤਮਾ ਦੇ ਬਲ ਨੂੰ ਸਧਾਰਨ ਬੁੱਧੀ ਮਨੁੱਖ ਦੀ ਕਿਵੇਂ ਗਾ ਸਕਦੀ। ਸੰਪੂਰਨ ਰੂਪ ਵਿੱਚ ਉਹਨੂੰ ਗਾਇਆ ਨਹੀਂ ਜਾ ਸਕਦਾ। ਹਾਂ, ਇੰਨਾ ਹੋ ਸਕਦਾ ਹੈ, ਦੂਸਰੇ ਭਾਵ ਅਰਥ ਵਿੱਚ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਕਹਿੰਦੇ ਜਿੰਨਾ ਕਿਸੇ 'ਚ ਬਲ ਹੁੰਦਾ ਉਹਦੇ ਅਨੁਸਾਰ ਹੀ ਕੋਈ ਪਰਮਾਤਮਾ ਦੇ ਬਲ ਨੂੰ ਗਾਉਂਦਾ ਹੈ। ਜਿਵੇਂ ਚਿੜੀ ਆਪਣੇ ਥਾਂ ਗਾਉਂਦੀ ਹੈ, ਕੀੜੀ ਆਪਣੇ ਥਾਂ ਬੋਲਦੀ ਹੈ, ਮਨੁੱਖ ਆਪਣੇ ਥਾਂ ਬੋਲਦਾ ਹੈ। ਹੁਣ ਜਿੰਨਾ ਜਿੰਨਾ ਕਿਸੇ 'ਚ ਬਲ ਹੈ, 1 ਦੂਜੀ ਬਹੁ ਲੱਖ ਹੋਏ, ਲੱਖ ਹੋਵੈ ਲੱਖ 20, ਇਹ ਤਾਂ ਅਵਸਥਾ ਹੈ। ਕੋਈ ਸਧਾਰਨ ਜਗਿਆਸੂ ਇੱਕ ਜ਼ੁਬਾਨ ਨਾਲ ਗਾਉਂਦਾ, ਕੋਈ ਰੋਮ ਰੋਮ ਉਸ ਨੂੰ ਗਾਉਂਦਾ, ਕਿਸੇ ਨੂੰ ਪਰਮਾਤਮਾ ਚਾਰੇ ਪਾਸੇ ਹੀ ਨਜ਼ਰ ਆਉਂਦਾ, ਉਹ ਉਹਦੇ ਬਲ ਨਾਲ, ਪਰਮਾਤਮਾ ਦੇ ਬਲ ਦਾ ਸਦਕਾ ਪਰਮਾਤਮਾ ਨੂੰ ਗਾਉਂਦਾ, ਜਿੰਨੀ ਕਿਸੇ ਵਿੱਚ ਹਿੰਮਤ ਸ਼ਕਤੀ ਦਿੱਤੀ ਵਾਹਿਗੁਰੂ ਨੇ। ਗਾਵੈ ਕੋ ਦਾਤ ਜਾਣੈ ਨੀਸਾਨ। ਨੀਸਾਨ ਹੁੰਦਾ ਪ੍ਰਗਟ, ਸਾਹਮਣੇ ਜੋ ਦਾਤਾਂ ਵਾਹਿਗੁਰੂ ਦੇ ਰਿਹਾ, ਉਹ ਦਾਤਾਂ ਹੀ ਨਹੀਂ ਆਪਣੇ ਤੋਂ ਜਾਣੀਆਂ ਜਾਂਦੀਆਂ, ਤੇ ਫਿਰ ਉਹਦੇ ਵਾਹਿਗੁਰੂ ਦੇ ਜੋ ਬਲ ਹੈ ਉਹਨੂੰ ਕੌਣ ਗਾ ਸਕਦਾ। ਕਿਉਂਕਿ ਉਹਦੀਆਂ ਦਾਤਾਂ ਸੰਸਾਰ ਅੰਦਰ ਜੇ ਦੇਖੀਏ ਤੇ ਕਿੰਨੀ ਦੁਨੀਆ ਤੇ ਕਿੰਨੀ 84 ਲੱਖ ਜੂਨ ਹੈ, ਉਹਨਾਂ ਸਾਰਿਆਂ ਨੂੰ ਵਾਹਿਗੁਰੂ ਦਾਤਾਂ ਦੇ ਰਹੇ ਨੇ। ਨਾ ਤਾਂ ਆਪਾਂ 84 ਦੀ ਗਿਣਤੀ ਕਰ ਸਕਦੇ ਹਾਂ ਸੰਪੂਰਨ ਰੂਪ ਵਿੱਚ, ਨਾ ਹੀ ਆਪਾਂ ਵਾਹਿਗੁਰੂ ਦੀਆਂ ਦਾਤਾਂ ਨੂੰ ਗਿਣ ਸਕਦੇ ਹਾਂ।
पर एक चीज है कि गावै को दात जाने नीसान तो भाव ये जरूर है कि कोई पुरुष परमात्मा दी दातां नूं नीसान का मतलब है प्रगट करके उहदे जस नूं लाउंदा है। दातां दा तां नहीं अंत पा सकदे, ना ही दाते का अंत पा सकते हैं, ना ही उहदा बल जान सकते हैं, पर इन्ना जान लो कि उहदियां दातां जिहनूं मिल जांदियां ने ਉਹ ਲੋਕਾਂ ਦੇ ਵਿੱਚ ਕਹਿੰਦਾ ਫਿਰਦਾ ਮੈਨੂੰ ਰੱਬ ਨੇ ਆਹ ਦਾਤ ਦਿੱਤੀ, ਮੈਨੂੰ ਆਹ ਦਾਤ ਦਿੱਤੀ, ਮੈਨੂੰ ਰੱਬ ਨੇ ਆਹ ਚੀਜ਼ਾਂ ਦੇਤੀਆਂ। ਇਸ ਤਰ੍ਹਾਂ ਜਿੰਨੀ ਕਿ ਕਿਸੇ ਨੂੰ ਦਾਤ ਮਿਲਦੀ ਹੈ ਉਹ ਦਾਤ ਅਨੁਸਾਰ ਹੀ ਪ੍ਰਮਾਤਮਾ ਨੂੰ ਗਾਉਂਦਾ, ਪਰ ਸਮੁੱਚੇ ਰੂਪ ਵਿੱਚ ਕੋਈ ਪ੍ਰਮਾਤਮਾ ਨੂੰ ਗਾ ਨਹੀਂ ਸਕਦਾ। ਗਾਵੈ ਕੋ ਗੁਣ ਵਡਿਆਈਆਂ ਚਾਰ, ਉਸ ਦੇ ਗੁਣ ਤੇ ਚਾਰ ਦਾ ਅਰਥ ਹੁੰਦਾ ਸੁੰਦਰ, ਚਾਰੂ। ये ऐसे अखर हैं जो कई बार समझ विच नहीं पैंदे। चार, चार तो आचार भी बनदा आचरण, चार का अर्थ चार भी है, चार युग, चार का अर्थ सुंदर भी है। उहदे गुण ते सुंदर वडियाइयां ही नहीं जाणियां जांदियां जदों उहदे फिर बल नूं कौन गा सकदा है। कहण दा भाव है होवे किसे ताण गावै को ताण, कोई ताण तां गा सकदा जे किसी विच बल होवे, कोई उहदे बल नूं तां गा सकदा जे पहलां उहदियां दातां नूं गिण के दस्से, कोई उहदियां वडियाइयां सुंदर वडियाइयां नूं तां गा सकदा है जे उस अकाल पुरख बारे वो जान सकता होवे। भाव सुंदर वडियाइयां ही नहीं जानियां जांदियां, उहदे बल नूं कौन गा सकदा। सो इस करके सतगुरु महाराज सच्चे पातशाह बख्शिश करके फरमाउंदे ने कि भाई गावै को गुण वडियाइयां चार, कहने कोई पुरुष परमात्मा दे चार तो भाव सुंदर गुण ते वडियाइयां नूं वेख के उहदे जस नूं तां गायन कर सकदा। परमात्मा दे सुंदर गुण ते वडियाइयां नूं देख करके उहदे आपां जस नूं गा सकदे हैं। किन्ने सोहणे पहाड़ ने, किन्ना सुंदर समुंदर बनाया, किन्ने सोहणे फुल ने, किन्नी सोहणी कुदरत है। इस तरह परमात्मा दे सुंदर गुण वडियाइयां नूं कथन कर सकते हैं। पर जे असीं कहीए कि उस परमात्मा के समुचे रूप विच आपां वडियाई कर सकते हैं, वो वडियाई करनी बहुत औखी है, क्योंकि वो तो है ही वड्डी। परमात्मा ये नहीं मंगते कि तुसीं मेरी समुचे रूप विच वडियाई करोगे मैं तां किरपा करांगा। वाहिगुरू तां कहंदे ने जिन्नी कि तेरे च भाई हिम्मत है उन्ना ही गा लै तूं, जिन्नी कि हिम्मत है तेरे विच उन्ना की ही जाप कर लै। सो इस करके बच्चा छोटा जा बच्चा आपां कहने कह वाहिगुरू, जदों कहना वाहिगुरू सारा टब्बर कितना खुश हुंदा। तो बच्चा इक्को बारी वाहिगुरू कह देवे सारा परिवार खुश हो जाता। जे फिर संगत विच कोई बच्चा खड़ के माइक दे विच मूल मंत्र एक पढ़ देवे, सारे कोई सिरों पा दिंदा, कोई इनाम दिंदा, बच्चे ने मूल मंत्र पढ़िया। सो इस करके सतगुरु महाराज सच्चे पातशाह फरमाउंदे ने बच्चे विच जिन्नी ताकत आ उन्ना गाउंदा, सियाणे विच जिन्नी ताकत आ उन्ना गाउंदा, पर वाहिगुरू नूं नहीं गा सकदा समुचे रूप विच। इस करके उहदा अंत नहीं पाया जा सकदा। गावै को विद्या विखम विचार, सो उहदियां संस्कृत ते राग आदि रचियां होईयां विद्या दा विचार करना ही बड़ा कठिन है। उहदे बल नूं कौन गा सकदा। पहला तो एक उदाहरण दिंदे ने उन्हां नूं भी जदों वाहिगुरू नूं गा ही नहीं सकदा, उहदे औखियां बोलियां नहीं गा सकदा, क्योंकि रागां दा कोई अंत नहीं पा सकदा ते औखियां बोलियां दा कोई अंत नहीं पा सकदा। सो इस करके महाराज सच्चे पातशाह फरमाउंदे ने गावै को विद्या विखम विचार, कहंदे उन्हां दा तां नहीं अंत पा सकदा रागां दा, औखियां बोलियां दा, फिर परमात्मा का अंत किवें पा सकता कोई। पर यह जरूर कहते हैं कि कोई भी जो व्यक्ति है संसार के अंदर, कोई प्रेमी जन
परमात्मा दी रचियां हुई जिहड़ियां विखम तो भाव कठिन विद्या का विचार करके ਉਹਦੇ जस ਨੂੰ गायन ਤਾਂ कर सकता है। चलो मान लो भी इन्ने राग ने 31 राग ने, 31 चो 62 राग बन जाते हैं, 62 राग तो अगे 84 बन जाते हैं, अगे फिर इन्हां दी कितनियां ही किस्मां ने। समग्र रूप विच सारे तालां नूं गाउणा बहुत औखा, 65 घरां विच गाउणा बड़ा औखा है। घर पहला, घर दूजा, गुरबाणी अंदर जिवें 17 घर प्रवान कीते ने महाराज ने, इस तरह दुनिया अंदर कोई संपूर्ण ऐसा मनुख बहुत घट कदे भावें कोई होया होवे कि उन्हें समग्र रूप विच सारे राग गा लए होण, संपूर्ण राग, फिर भी कोई कमी रह जाती है। पर महाराज कहते ने ऐसा कोई व्यक्ति जे सारी जिंदगी ला के सिर्फ कठिन रागां नूं, कठिन विद्यावां नूं सिख भी गया, इत्थे तक ही पहुंचिया हो, बस हुण इस तो अगे नहीं पहुंच सकता। जिवें नारद मुनि ने 75,000 साल ला के 14 विद्या विच संपूर्णता हासिल की। जदों सनक सनातन जिहड़े सीगे ब्रह्मा जी के 4 पुत्र सनक सनंदन सनातन संत कुमार, जदों उन्हां कोल गया कहण लग्या विद्या तो बहुत पढ़ी है, शांति नहीं आउंदी मन नूं। 14 विद्या पढ़ियां ने, 75,000 वरा ला के, संगीत की विद्या, तैराकी की विद्या, ज्योतिष विद्या, नृत्यकारी की विद्या, पता नहीं कितनियां विद्यावां मैं जोर ला के पढ़ तां लईआं पर शांति नहीं आई मन। सनक सनंदन हुणी कहण लगे अध्यात्मक विद्या पढ़ी कदे? कहण लगे जी वो की हुंदी है? नारद मुनि उस वक्त सनक सनंदन सनातन संत कुमार चारे हस के कहने 75,000 वरा ला के 14 विद्या पढ़ियां, हाल तक तू ब्रह्म विद्या का नहीं ज्ञान होया। कहने ब्रह्म विद्या जिथे ये 14 विद्या मुक जांदियां संसार दियां, उत्थों एक ओंकार प्रारंभ हुंदी विद्या, ब्रह्म विद्या इहनूं कहंदे ने, परमात्मा दी अध्यात्मक विद्या। इस करके जब तू वो विद्या का ही अंत नहीं पा सकिया, तेन शांति नहीं आई, तो फिर वह अंत किवें पा सकदा? जो महाराज ने प्रमाण दे के दसिया कि नारद मुनि नालों तो नहीं कोई ज्यादा पढ़िया तुहाडे चों, जब वो नहीं अंत पा सकिया विद्या पढ़ के, फिर विद्या द्वारा ओदा अंत पाउणा औखा, पर विद्या दे राही उहनूं गा के ओदा जस करना सौखा। जस करो बस, जे कोई जस करेगा उहदे उत्ते किरपा करेगा। इस पासे न चलो कि असीं उहदा अंत पाउणा है, जां मैं उहदा विद्या दा अंत पावां फिर मैं उहदा अंत पा लवांगा, ये पासा नहीं पकड़ना। विद्या दे राही उहदे जस नूं कीता जा सकदा है। ये एक उहदी किरपा लैण दी सो वड्डी चीज है कि किरपा आपां लै सकदे हैं, रस्ता जरूर है ये। इस करके उहदा अंत पाउणा महाराज कहते अपना ही अंत कर लेना है। कितनी उम्र इंसान की? 80, 90, 100 साल, मान लो 150 साल भी उम्र हो जाए, 1000 साल भी, जे जुग चारे यार जा होर दसूणी होए भी हो जाए, 4 जुगां नालों 10 गुणा वध उम्र हो जाए, तां भी उस परमात्मा का अंत नहीं पाया जा सकता। इस करके तुसीं ये जिहड़ियां विखम विचारां विच पै के परमात्मा के अंत नूं पाउण दा यतन करदे, ये छड्ड के विखम विद्या के राही उहदा जस गायन करो। ये तुहानूं सलाह दिंदे हां असीं सारिआं नूं कि ना कि अपनी बुद्धि की सियाणप नाल उहदा अंत पाउणा आपां ने। गावै को साज करे तानो खेह, जो वाहिगुरू खेह आदि 5 तत्तां द्वारा सारे शरीरां नूं साजदा है। पहले तो उहने 5 तत्त बनाए ने, 5 तत्तां दा ही अंत नहीं। आकाश तत्त है, फिर हवा तत्त है, फिर धरती तत्त है, अग्नि तत्त है, पानी तत्त है। ये 5 तत्त परमात्मा ने बनाए ने। परमात्मा दे पहला तो धरती का ही तुसीं अंत नहीं पा सकते, आकाश का अंत नहीं पा सकते, हवा का ही अंत नहीं है, समुंदर का ही अंत नहीं पा सकते। समुंदर के थले इन्नी अग बलदी है, साइंसदानां ने हुण खोज की, महाराज ने पहले ही दस दिता। समुंदर के थले जाके जिथे इहदा अंत हो जाता उत्थे इन्नी अग है, धरती के थले वाले पासे
जिथों लावे फुटते ने बड़े बड़े। इस करके जो पंजा तत्तां दा ही अंत नहीं, आ सारी सृष्टि की रचना पंजा तत्तां करके ही हुई है। आ जिन्ने तारे देखते हैं, चंद्रमा सूरज एक ते एक ने, करोड़ां सूरज करोड़ां तारे, अरबां तारे, खरबां तारे, इन्हां दा कोई अंत नहीं पंजा तत्तां दा। ते फिर पंज तत्तां नूं बनाउण वाले दा अंत कौन पा सकदा है। इस करके जदों परमात्मा साजदा शरीरां नूं तां फिर महाराज कहंदे ने साजदा है, फिर नाश करदा है, इहदी पालना करदा है। समुचे रूप विच उहदा अंत नहीं पाया जा सकदा, क्योंकि फिर अंतरीव भाव च उन्हां नूं कहंदे फिर असीं की करिए जी, किस तरह करना चाहिदा। गावै को साज करे तन खे, कहंदे वो परमात्मा तान जिहड़े शरीर ने इन्हां नूं साजदा है, फिर इहनूं साज के पालदा भी है, फिर खे भी कर दिंदा, सुआह भी बन जाती है, होए भस मड़ भौर सिधाया। सो इउं जान के कोई उहदे जस नूं गायन करदा है। जस गायन करना एक अलग कला है। आपां भी इस चीज़ नूं अच्छी तरह समझ गए होवांगे। जस करना तो उहदी किरपा लैनी है, उहदा अंत पाउणा, उहदी शरीकेबाजी करनी, उहदी बराबरता करनी है। महाराज कहते अंत पाउण दा यतन करन वाला इंसान फेल हो जाता है। साइंस अपनी बुद्धि द्वारा अज भी उहदा अंत पाउण दा यतन कर रही है। वो साइंसदानों जदों फेल करन ते आया, उन्हें सेकेंड भी नहीं लाउणा, सब कुछ फेल कर देना उन्हें। साइंस बैठी रह जाएगी। फेल होण लगी सी साइंस जदों सन 2000 चढ़न लगे 1999 विच। 1999 की रात नूं 12 बजे सब कहंदे दुनिया हुण मुक जाएगी, कंप्यूटर खत्म हो जाणगे, क्योंकि 2000 सन कंप्यूटर ते किवें लैके आईए। और परमात्मा बेअंत, उन्हें किसी बंदे दे राहीं ऐसी घाड़त कर दी कि कंप्यूटर ते सन 2000 आ ही गया, क्योंकि 2 लाउणा फिर 3 जीरोआं लाउणियां बड़ियां औखियां लगियां। जे कंप्यूटर फेल हो जाता तो दुनिया की कुल साइंस फेल हो जाती, सब कुछ खत्म हो सकता। पर परमात्मा ऐसा करते नहीं। इस करके महाराज कहते परमात्मा का अंत जो पाउण तुरिया ना, सो अंत को चाहन जो गए आए अनंत गवाए। वो सब कुछ खत्म कर लेंदे ने अपना। इस करके आपां नूं तां सिर्फ वाहिगुरू दे विच लीन हो के ਉਹਦੇ ਅਨੁਸਾਰੀ ਹੋ ਕੇ ਉਹਦੇ ਪ੍ਰੇਮੀ ਬਣ ਕੇ ਉਹਦੀ ਭਗਤੀ ਕਰਨੀ ਚਾਹੀਦੀ, ਨਾ ਕਿ ਆਪਾਂ ਉਹਦੇ ਸ਼ਰੀਕ ਹੋ ਕੇ ਉਹਦੀ ਬਰਾਬਰਤਾ ਕਰਕੇ ਆਪਾਂ ਵਾਹਿਗੁਰੂ ਦਾ ਅੰਤ ਪਾਉਣ ਦਾ ਯਤਨ ਕਰੀਏ। ਜਿਵੇਂ ਅੱਜ ਦੇ ਯੁੱਗ ਦੇ ਵਿੱਚ ਜੇ ਆਪਾਂ ਆਪਣੇ ਬਾਰੇ ਸੋਚ ਕੇ ਦੇਖੀਏ, ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ, ਕਕਾਰ ਦਿੱਤੇ ਨੇ, ਬਾਣੀ ਬਖਸ਼ਿਸ਼ ਕੀਤੀ ਹੈ। ਸਿੱਖ ਅੰਮ੍ਰਿਤ ਛਕ ਕੇ ਬਾਣੀ ਪੜ੍ਹੇ, सिख गुरु साहब की सेवा करे, रहत रखे, इहदे विच तां सिख दा भला। हुण सिख भी सिद्धा वांगू ओह करन लग पे, गुरु ग्रंथ साहिब दे विचों फरोला फराली, एक कृपान दी हुण लोड़ नहीं, युग बदल गया, ये अमर दी की लोड़ है या नितनेम दी की जरूरत है, ਇਹਦੀ ਕੀ ਲੋੜ ਹੈ। ਉਹ ਜਿਹੜੇ ਕਿੰਤੂ ਪ੍ਰੰਤੂ ਹੋ ਗਏ, ਇਹ ਸ਼ਰਧਾ ਤੋਂ ਪਰੇ ਦਾ ਇੱਕ ਵੱਖਰਾ ਉਹਨਾਂ ਨੇ ਆਪਣਾ ਨਵਾਂ ਹੀ ਕੰਮ ਸ਼ੁਰੂ ਕਰ ਲਿਆ। ਜਦੋਂ ਆਪਾਂ ਫਰੋਲਾ ਫਰਾਲੀ 'ਚ ਪੈ ਜਾਂਦੇ ਹਾਂ ਗੱਲ ਦੀ, ਸਿੱਧ ਵੀ ਫਰੋਲਾ ਫਰਾਲੀ ਤੋਂ ਕੱਢੇ ਸੀ ਮਹਾਰਾਜ ਨੇ, ਉਹ ਤਾਂ ਨਿਕਲ ਕੇ ਤਰ ਗਏ, ਅਸੀਂ ਆਪ ਹੀ ਪੈ ਗਏ ਵਿੱਚ। ਅਸੀਂ ਇਹਦੀ ਖੋਜ ਕਰਨ ਲੱਗ ਪਏ, ਹੁਣ ਇਹਦੀ ਕੀ ਲੋੜ ਆ। ਇੱਕੋ ਗੱਲ ਲਿਖ ਕੇ ਮਹਾਰਾਜ ਦੇ ਮੂਹਰੇ ਰੱਖ ਦਿਓ ਕਿ ਤੁਸੀਂ ਸਿਆਣੇ ਨਹੀਂ, ਅਸੀਂ ਸਿਆਣੇ ਆ, ਬਸ फिर तो सर जाना भी बल्ले बई नवा सिख आया एक जिहड़ा गुरु साहब तो सियाणा है। जे आपां गुरु साहब तो सियाणे आ तो फिर गुरु साहब कहे फिर दुनिया नूं 538 साल पहला तुसीं भी भाई संभाल लेंदे, मैनूं संसार ते आउण दी की लोड़ पई सी। इस करके आपां ने बाणी नूं पढ़ के आनंद लैणा, रहत रख के आनंद लैणा, अमर छक के जीवन सुधारना, सेवा करके किरपा लैणी। ये एक वखरा ट्रैक है। एक वो कि मैं इसकी खोज करा, लो जी ये 50 पाते पानी च फिर पाठ करता, ये की है।
ਇਹ ਉਹਦੀ ਖੋਜ ਕਰਨ ਲੱਗ ਪਏ ਪਾਣੀ 'ਚ ਕੀ। ਜਿਵੇਂ ਲੋਕੀ ਬੱਚੇ ਨੂੰ ਖਿਡੌਣਾ ਲਿਆ ਕੇ ਦਿੰਦੇ ਨੇ, ਕਈ ਬੱਚਿਆਂ ਦੀ ਆਦਤ ਹੁੰਦੀ ਲਿਆ ਕੇ ਖਿਡੌਣਾ ਚਲਾਉਣਾ ਨਹੀਂ, ਪੇਚਕਸ ਲੈ ਕੇ ਉਹਨੂੰ ਖੋਲ ਕੇ ਵਿੱਚ ਦੇਖਣਾ ਉਹਦੇ ਕੀ ਹੈ, ਸਾਰਾ ਖਿਲਾਰ ਕੇ ਸੁੱਟ ਦੇਣਾ। ਖਿਡੌਣੇ ਦਾ ਉਹਨੇ ਆਨੰਦ ਨਹੀਂ ਲਿਆ, ਉਹਨੇ ਖਿਲਾਰ ਕੇ ਉਹ ਮਾਰਿਆ ਉਹਨੂੰ। ਬਾਅਦ ਵਿੱਚ ਫੇਰ ਰੋਂਦਾ ਮੇਰਾ ਖਿਡੌਣਾ ਟੁੱਟ ਗਿਆ, ਫਿਰ ਹੋਰ ਲਿਆਓ, ਫਿਰ ਹੋਰ ਤੋੜ ਦਿਓ, ਫਿਰ ਹੋਰ ਲਿਆਓ। ਇਹ ਅਲੱਗ-ਅਲੱਗ ਬਿਰਤੀ ਸਤਿਗੁਰੂ ਕਹਿੰਦੇ ਆ ਫਰੋਲਾ ਫਰਾਲੀ ਵਾਲੀ ਬਿਰਤੀ ਛੱਡ ਕੇ ਗੁਰਸਿੱਖ ਜੇ ਕਿਰਪਾ ਵਾਲੀ ਬਿਰਤੀ ਵੱਲ ਚੱਲੇ ਤਾਂ ਛੇਤੀ ਕਿਰਪਾ ਹੋ ਸਕਦੀ ਹੈ। ਗਾਵੈ ਕੋ ਜੀਅ ਲੈ ਫਿਰਦੇ, ਜਿਸ ਪ੍ਰਮਾਤਮਾ ਦੀ ਚੇਤਨ ਸੱਤਾ ਕਰਕੇ ਜੀਵ ਦੇ ਸਰੀਰ ਨੂੰ ਇਹ ਜੀਵ ਲਈ ਫਿਰਦਾ, ਆਪਾਂ ਉਹਦੀ ਸੱਤਾ ਕਰਕੇ ਸਰੀਰ ਨੂੰ ਲਈ ਫਿਰਦੇ ਹਾਂ ਸਾਰੇ ਜਾਣੇ। ਦੇਖੋ ਕਿੰਨੀ ਕੁ ਜੋਤ ਹੈ, ਕਿਣਕੇ ਜਿੰਨੀ ਅੰਦਰ ਜੋਤ ਹੈ, ਜਿਹੜੀ ਆਪਣੇ ਅੰਦਰ ਇੰਨੀ ਪਾਵਰ ਹੈ। ਅੱਖਾਂ ਦੇਖ ਰਹੀਆਂ ਨੇ, ਕੰਨ ਸੁਣ ਰਹੇ ਨੇ, ਸਵਾਸ ਚੱਲ ਰਹੇ ਨੇ, ਬੁੱਧੀ ਕੰਮ ਕਰ ਰਹੀ ਹੈ, ਹਾਜ਼ਮੇ ਹੋ ਰਹੇ ਨੇ ਰੋਟੀ ਦੇ, ਪੈਰ ਚੱਲ ਰਹੇ ਨੇ, ਸਰੀਰ ਦੀ ਸਾਰੀ ਕਿਰਿਆ ਚੱਲ ਰਹੀ ਹੈ। ਪਰ ਜਦੋਂ ਹੀ ਉਹ ਵਾਹਿਗੁਰੂ ਨੇ ਜੋਤ ਆਪਣੀ ਵਾਪਸ ਲੈ ਲਈ, ਇਹ ਸਰੀਰ ਉੱਥੇ ਹੀ ਡਿੱਗ ਪੈਂਦਾ ਔਰ ਫਿਰ ਤੁਰਦਾ ਹੀ ਨਹੀਂ ਉੱਥੋਂ। ਕਹਿੰਦੇ ਫਿਰ 4 ਜਾਣੇ ਚੁੱਕ ਕੇ ਲੈ ਕੇ ਜਾਂਦੇ ਨੇ। ਵੇਖੋ ਬੰਦਾ ਚੱਲਿਆ 4 ਜਣਿਆਂ ਦਾ ਕੰਨ ਹੁੰਦਾ, ਕੰਧਾ ਮੋਢੇ ਤੋਂ ਸਰੀਰ ਚੁੱਕ ਕੇ ਲਿਜਾਣਾ ਪੈਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਸਿੱਧੋ ਇਹ ਚੀਜ਼ ਦਾ ਅੰਤ ਨਾ ਪਾਓ। ਜੇ ਉਹਦੀ ਸੱਤਾ ਕਰਕੇ ਤਾਂ ਤੁਸੀਂ ਫਿਰਦੇ ਹੋ, ਜੇ ਸੱਤਾ ਹੀ ਖਿੱਚ ਲਈ ਤਾਂ ਫਿਰ ਤੁਹਾਡਾ ਕੀ ਬਣੇਗਾ। ਤਾਂ ਤੇ ਆਪਾਂ ਨੂੰ ਇਹ ਚਾਹੀਦਾ ਗਾਵੈ ਕੋ ਜੀਅ ਲੈ ਫਿਰਦੇ, ਕਿ ਉਹੀ ਪ੍ਰਮਾਤਮਾ ਸਰੀਰ ਵਿੱਚ ਜੀਵ ਆਤਮਾ ਨੂੰ ਪਾਉਂਦਾ, ਫਿਰ ਸਰੀਰ ਵਿੱਚੋਂ ਕੱਢ ਵੀ ਲੈਂਦਾ, ਜੀਵਾਂ ਨੂੰ ਪਦਾਰਥ ਦਿੰਦਾ, ਫਿਰ ਖੋਹ ਵੀ ਲੈਂਦਾ। ਇਉਂ ਜਾਣ ਕੇ ਵੀ ਬਲ ਨੂੰ ਤਾਂ ਗਾਇਨ ਕਰੋ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਮਹਾਰਾਜ ਤੇਰੀ ਮਹਿਮਾ ਅਪਾਰ ਹੈ। ਪਹਿਲਾਂ ਤੁਸੀਂ ਸਾਨੂੰ ਇੱਕ ਸਾਈਕਲ ਜਿਹਾ ਹੀ ਹੁੰਦਾ ਸੀ, ਫਿਰ ਤੁਸੀਂ ਸਾਨੂੰ ਸਕੂਟਰ ਦੇਤੇ, ਫਿਰ ਕਾਰਾਂ ਦੇਤੀਆਂ, ਫਿਰ ਜਹਾਜ਼ਾਂ ਤੇ ਚੜਾਤਾ, ਫਿਰ ਮਹਾਰਾਜ ਤੂੰ ਸਾਨੂੰ ਬਾਹਰਲਿਆਂ ਦੇਸ਼ਾਂ 'ਚ ਭੇਜਤਾ, ਜਾਂ ਸਾਨੂੰ ਆਹ ਪਦਾਰਥ ਦੇਤੇ। ਸੱਚੇ ਪਾਤਸ਼ਾਹ ਪਹਿਲਾਂ ਕੁਛ ਵੀ ਨਹੀਂ ਸੀ ਹੁੰਦਾ, ਪਹਿਲਾਂ ਲੋਕ ਖੱਦਰ ਦੇ ਕੱਪੜੇ ਪਾਉਂਦੇ ਸੀ, ਹੁਣ ਇੰਨੇ ਸੋਹਣੇ ਸੋਹਣੇ ਕੱਪੜੇ ਦੇਤੇ, ਬਾਦਸ਼ਾਹੀ ਜ਼ਿੰਦਗੀ ਦੇਤੀ। ਇਉਂ ਕਰਕੇ ਉਹਦਾ ਧੰਨਵਾਦ ਕਰੋ ਬਸ। ਜੇ ਆਪਾਂ ਕਹੀਏ ਕਿ ਅਸੀਂ ਉਹ ਪ੍ਰਮਾਤਮਾ ਦੂਜੀ ਤਰ੍ਹਾਂ ਤੇ ਪਾਉਣਾ, ਜਿਵੇਂ ਸਾਇੰਸਦਾਨ ਇਹ ਪੰਗਾ ਲੈਂਦੇ ਹੀ ਰਹਿੰਦੇ, ਕੋਈ ਨਾ ਕੋਈ ਆਤਮਾ ਦੇਖਣੀ ਕਿ ਹੁੰਦੀ ਵੀ ਆ। ਇਹਨਾਂ ਨੇ ਕੀ ਕੀਤਾ, 3-4 ਇੰਚ ਮੋਟਾ ਸ਼ੀਸ਼ਾ ਲੈ ਕੇ ਨਾ ਯਾਰਕ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਇੱਕ ਬੰਦੇ ਨੂੰ ਪੁੱਛ ਲਿਆ, ਉਹ ਸਵਾਸ ਛੱਡ ਰਿਹਾ ਸੀ। ਕਹਿੰਦੇ ਅਸੀਂ ਐਕਸਪੈਰੀਮੈਂਟ ਕਰਨਾ, ਤੂੰ ਲਿਖ ਕੇ ਦੇ ਦੇ, ਤੂੰ ਸਵਾਸ ਤਾਂ ਹੁਣ ਛੱਡਣਾ ਹੀ ਹੈ। ਫਿਰ ਅੰਤਮ ਸਮਾਂ ਆ ਗਿਆ ਵੀ ਅਸੀਂ ਦੇਖਣਾ ਆਤਮਾ ਕੀ ਚੀਜ਼। ਉਹਨਾਂ ਨੇ ਉਸ ਵਕਤ ਉਹ ਬੰਦੇ ਨੂੰ ਲਿਖਵਾ ਕੇ ਲੈ ਕੇ ਉਹ ਸ਼ੀਸ਼ੇ ਦਾ ਬਣਾ ਕੇ ਬਕਸਾ ਜਾਂ ਉਹਦੇ ਉੱਤੇ ਇੱਕਦਮ 3-4 ਇੰਚ ਮੋਟਾ ਸ਼ੀਸ਼ਾ ਰੱਖ ਕੇ ਉੱਤੋਂ ਚਾਰੇ ਪਾਸਿਓਂ ਇਸ ਤਰ੍ਹਾਂ ਉਹਨੂੰ ਲਾਤੀ ਚੀਜ਼ ਇੱਕ ਕਿ ਹਵਾ ਨਾ ਬਾਹਰ ਨਿਕਲੇ ਜਿੱਥੋਂ, ਬਿਲਕੁਲ ਬਕਸਾ ਬਣਾਤਾ, ਬੰਦਾ ਅੰਦਰ। ਥੋੜੀ ਦੇਰ ਬਾਅਦ ਜਦ ਬੰਦੇ ਨੇ ਸਰੀਰ ਛੱਡਿਆ, ਸ਼ੀਸ਼ਾ ਇੱਕਦਮ ਟੁੱਟਿਆ ਸਾਰਾ ਹੀ, ਆਤਮਾ ਵਿੱਚੋਂ ਨਿਕਲ ਗਈ। ਆਤਮਾ ਦੀ ਇੰਨੀ ਸ਼ਕਤੀ ਹੈ, ਉਹਨੇ ਜਦੋਂ ਸ਼ੀਸ਼ੇ ਨੂੰ ਤੋੜਿਆ, ਸਾਇੰਸਦਾਨਾਂ ਨੇ ਮੰਨਿਆ ਯਾਰਕ ਯੂਨੀਵਰਸਿਟੀ 'ਚ ਵੀ ਹਾਂ ਆਤਮਾ ਹੈ। ਪਰ ਹੁਣ ਇੱਕ ਗੱਲ ਦੀ ਖੋਜ ਹੁਣ ਕਰਨ ਲੱਗੇ ਹੋਏ ਨੇ ਵੀ ਜਦ ਤੱਕ ਬੰਦਾ ਜਿਉਂਦਾ ਹੈ ਉਦੋਂ ਤੱਕ ਇਹਦੇ ਸਰੀਰ ਤੇ ਲਾਲੀ ਹੈ, ਜਦੋਂ ਇਹ ਮਰ ਜਾਂਦਾ ਇਹ ਕਾਲਾ ਕਿਉਂ ਹੋ ਜਾਂਦਾ। ਹੁਣ ਇਹ ਖੋਜ ਕਰਨ ਲੱਗੇ ਨੇ। ਇਸ ਕਰਕੇ ਇਹ ਸਿੱਧਾ ਵਾਲਾ ਪੁੱਠਾ ਰਸਤਾ ਹੈ ਵੀ ਅਸੀਂ ਉਹਦੀ ਖੋਜ ਦੂਜੇ ਢੰਗ ਨਾਲ ਕਰਨ ਦੀ ਬਜਾਏ ਆਤਮਿਕ ਅਭਿਆਸੀ ਬਣ ਕੇ ਪਰਮੇਸ਼ਰ ਦੇ ਭਜਨ ਦੁਆਰਾ ਅੰਤਰੀਵ ਖੋਜ ਕਰਕੇ ਉਹਦੇ ਅੰਦਰਲੇ ਗੁਣਾਂ ਨੂੰ ਜਾਣ ਸਕਦੇ ਹਾਂ। ਆਤਮਾ ਨੂੰ ਉਹਨਾਂ ਨੇ ਹੋਰ ਢੰਗ ਨਾਲ ਦੇਖਣਾ ਚਾਹਿਆ। ਆਤਮਾ ਭਗਤੀ ਦੁਆਰਾ ਹੀ ਦਿਖ ਜਾਂਦੀ। ਗੁਰੂ ਗ੍ਰੰਥ ਸਾਹਿਬ 'ਚ ਬਚਨ ਆਇਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਨੂੰ ਤਾਂ ਆਪਾਂ ਜੇ ਦੇਖਣਾ ਚਾਹੀਏ ਭਗਤੀ ਦੁਆਰਾ ਦੇਖ ਸਕਦੇ ਹਾਂ, ਸਾਇੰਸ ਦੁਆਰਾ ਨਹੀਂ। ਸਾਇੰਸ ਦੁਆਰਾ ਤਾਂ ਖੋਜ ਕਰਦੇ ਬਹੁਤ ਟਾਈਮ ਲੱਗ ਜਾਵੇਗਾ,
ਸਾਇੰਸ ਨੇ ਤਾਂ ਇਹੀ ਜੀ ਮਸ਼ੀਨ ਬਣਾਈ ਸੀ ਕਿ ਪਿਛਲੇ ਬਹੁਤ ਯੁੱਗਾਂ ਤੋਂ ਜਿਹੜੀਆਂ ਆਵਾਜ਼ਾਂ ਬ੍ਰਹਿਮੰਡ ਅੰਦਰ ਘੁੰਮ ਰਹੀਆਂ ਨੇ ਉਹਨਾਂ ਨੂੰ ਰਿਕਾਰਡ ਕਰ ਲਈ। ਇਹਨਾਂ ਨੇ ਕੀਤੀਆਂ ਵੀ, ਪਰ ਇੰਨਾ ਘਾਲਾ ਮਾਲਾ ਆਉਂਦਾ ਪਤਾ ਹੀ ਨਹੀਂ ਲੱਗਦਾ ਕੀ ਕੌਣ ਕੀ ਬੋਲ ਰਿਹਾ। ਪਿਛਲੇ ਯੁੱਗ ਨੂੰ ਦੇਖਣਾ ਔਖਾ, ਆਉਣ ਵਾਲੇ ਯੁੱਗਾਂ ਨੂੰ ਦੇਖਣਾ ਔਖਾ। ਧਰਤੀ ਦੇ ਥੱਲੇ ਕੀ ਹੈ, ਉੱਤੇ ਕਿੰਨੇ ਅਸਮਾਨ ਨੇ, ਇਹ ਵਿਚਾਰੇ ਖੋਜ ਰਹੇ ਨੇ। ਇੱਕ ਖੋਜ ਕਰਦੇ ਨੇ, ਫਿਰ ਅਖਬਾਰ 'ਚ ਆਉਂਦਾ ਹੈ, TV ਤੇ ਆਉਂਦਾ ਹੈ, ਫਿਰ ਉਹ ਸਾਇੰਸਦਾਨ ਦੀ ਫੋਟੋ ਆਉਂਦੀ ਦਿਖਾਈ ਜਾਂਦੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਤਾਂ ਪਹਿਲਾਂ ਕਹਿਤਾ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਬਗਦਾਦ ਵਾਲੇ ਪੀਰ ਦੇ ਲੜਕੇ ਨੂੰ ਲੈ ਕੇ ਜਿਉਂ ਗਏ ਕਿੰਨੇ ਹੀ ਚਿਰ ਨਹੀਂ ਮੁੜੇ। ਉਹ ਤਾਂ ਕਹਿੰਦਾ ਮਹਾਰਾਜ ਆਪਾਂ ਤਾਂ ਆਇਆ ਨੂੰ 2-3 ਸਾਲ ਹੋ ਗਏ ਆ, ਪਿੱਛੇ ਪਿਤਾ ਜੀ ਉਡੀਕਦੇ ਹੋਣੇ ਆ, ਮਿੰਟ ਹਲੇ ਇੱਕ ਵੀ ਨਹੀਂ ਸੀ ਹੋਇਆ। ਇਧਰੋਂ 1 ਮਿੰਟ ਵੀ ਨਹੀਂ ਹੋਇਆ, ਉਧਰੋਂ ਇੰਨੇ ਟਾਈਮ ਦਿਖਾਤਾ ਉਹਨੂੰ। ਇਹਨੂੰ ਕਹਿੰਦੇ ਮਾਇਆ। ਕੌਲਾ ਭਰ ਕੇ ਪ੍ਰਸ਼ਾਦ ਦਾ ਲੈ ਕੇ ਆਏ ਪਿਤਾ ਜੀ, ਇਹ ਗੁਰੂ ਨਾਨਕ ਦੇਵ ਜੀ ਤਾਂ ਆਪ ਅੱਲਾਹ ਤਾਲਾ। ਇਹ ਤਾਂ ਜਿੱਥੇ ਜਾਂਦੇ ਸੀ ਨਾ ਉੱਥੇ ਇਹਨਾਂ ਦੀ ਸੰਗਤ ਹੈ, ਹਰੇਕ ਬ੍ਰਹਿਮੰਡ ਵਿੱਚ, ਹਰੇਕ ਤਾਰਿਆਂ ਵਿੱਚ, ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਦੀ ਸੰਗਤ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਤਮਿਕ ਗਿਆਨੀ, ਆਤਮਿਕ ਅਭਿਆਸੀ ਕੋਲ ਇੰਨੀ ਜ਼ਿਆਦਾ ਪਾਵਰ ਹੋ ਜਾਂਦੀ ਹੈ ਕਿ ਦੁਨੀਆ ਵਿੱਚ ਇੰਨੀ ਪਾਵਰ ਕਿਸੇ ਕੋਲ ਵੀ ਨਹੀਂ ਹੁੰਦੀ। ਸਿੱਧਾਂ ਕੋਲ ਵੀ ਰਿੱਧੀਆਂ ਸਿੱਧੀਆਂ ਕਰਕੇ ਉੱਡਣ ਸ਼ਕਤੀ ਆ ਜਾਂਦੀ ਹੈ। 18 ਸਿੱਧੀਆਂ 'ਚ ਇੱਕ ਸ਼ਕਤੀ ਹੈ ਕਿ ਆਪਾਂ ਉੱਡ ਕੇ ਜਾ ਸਕਦੇ ਕਿਤੇ। ਉਹ ਸਪੀਡ ਹੁੰਦੀ 80 ਕਿਲੋਮੀਟਰ ਜਾਂ 100 ਕਿਲੋਮੀਟਰ। ਜਦ ਭਰਥਰ ਹਰੀ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰਿਆ ਆਸਾਮ ਦੇ ਵਿੱਚ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਰਥਰ ਹਰੀ ਇੱਕ ਜਨਮ ਹੋਰ ਲੈਣਾ ਪੈਣਾ ਹਲੇ। ਕਹਿੰਦੇ ਮਹਾਰਾਜ ਉਹ ਕਿਉਂ? ਕਹਿੰਦੇ ਤੇਰਾ ਇੱਕ ਰਾਜਕੁਮਾਰੀ ਨਾਲ ਨਾਤਾ ਲਿਖਿਆ ਹੋਇਆ ਤੇਰੇ ਕਰਮਾਂ 'ਚ, ਉਹ ਹੋਣਾ ਹੈ, ਉਹਦੇ ਲਈ ਤੈਨੂੰ ਦੁਬਾਰਾ ਜਨਮ ਲੈਣਾ। ਮਹਾਰਾਜ ਇਹ ਤਾਂ ਫਿਰ ਮਾੜੀ ਗੱਲ। ਕਹਿੰਦੇ ਫਿਰ ਤੂੰ ਇਉਂ ਕਰ, ਸਰੀਰ ਹੁਣ ਛੱਡਣ ਲੱਗਿਆ ਤੇ ਤੂੰ ਸਿਰਫ ਇੱਕ ਦਿਖਾਵੇ ਮਾਤਰ ਉਹਦੇ ਨਾਲ ਰਿਸ਼ਤਾ ਕਰ। ਐਸੇ ਘੜੀਏ ਟਾਲ ਦਿੰਦੇ ਆ ਫਲਾਣੇ ਥਾਂ ਰਾਜਕੁਮਾਰੀ। ਸੋਚ ਕੇ ਕਹਿੰਦਾ ਮਹਾਰਾਜ ਜੇ ਮੈਂ ਉੱਡ ਕੇ ਗਿਆ ਫਿਰ ਮੈਂ ਪਹੁੰਚ ਨਹੀਂ ਸਕਣਾ, ਮੈਨੂੰ 24 ਘੰਟੇ ਲੱਗ ਜਾਣੇ ਪਹੁੰਚਣ ਨੂੰ। ਮਹਾਰਾਜ ਤੁਸੀਂ ਕੋਈ ਯਤਨ ਕਰੋ। ਮਹਾਰਾਜ ਹੱਸ ਕੇ ਕਹਿੰਦੇ ਬਸ ਇੰਨੀ ਸ਼ਕਤੀ ਹੈ? ਕਹਿੰਦੇ ਸ਼ਕਤੀ ਤਾਂ ਤੇਰੇ 'ਚ ਬਹੁਤ ਹੈ, ਪਰ ਤੂੰ ਉੱਥੇ ਤੱਕ ਜਾ ਨਹੀਂ ਸਕਦਾ। ਕਹਿੰਦੇ ਫਿਰ ਅਸੀਂ ਪਹੁੰਚਾਈਏ? ਕਹਿੰਦੇ ਚਲੋ ਪਹੁੰਚਾਓ। ਕਹਿੰਦੇ ਅੱਖਾਂ ਬੰਦ ਕਰ। ਬੰਦ ਕੀਤੀਆਂ, ਧਿਆਨ ਕੀਤਾ ਉਸ ਬਾਗ ਦਾ। ਕਹਿੰਦੇ ਕਹਿ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕਿਹਾ ਅੱਖਾਂ ਖੋਲ, ਉਹਨਾਂ ਦੇ ਬਾਗ 'ਚ ਬੈਠੇ। ਮਹਾਰਾਜ ਇੰਨੀ ਛੇਤੀ ਕਿਵੇਂ ਆ ਗਏ? ਕਹਿੰਦੇ ਇਹ ਨਾਮ ਦੀ ਸਵਾਰੀ, ਨਾਮ ਹੀ ਇੰਨੀ ਛੇਤੀ ਲਿਆ ਸਕਦਾ ਇਨਸਾਨ ਨੂੰ, ਨਹੀਂ ਤਾਂ ਸੱਚਖੰਡ ਜਾਣ ਨੂੰ ਬਹੁਤ ਟਾਈਮ ਲੱਗ ਜੇ। ਇਸ ਕਰਕੇ ਨਾਮ ਦੀ ਤਾਕਤ ਜਿਹੜੀ ਆ ਸਰਬ ਵਿਆਪਕ ਹੈ। ਅਤੇ ਜਿਹੜੀ ਤੇਰੀਆਂ ਰਿੱਧੀਆਂ ਸਿੱਧੀਆਂ ਨੇ, ਆ ਜਹਾਜ਼ ਨੂੰ ਜੇ ਕਹੀਏ ਵੀ 1 ਸੈਕਿੰਡ ਵਿੱਚ ਇੰਡੀਆ ਪਹੁੰਚ ਜੇ, ਨਹੀਂ ਪਹੁੰਚ ਸਕਦਾ। ਪਰ ਫੋਨ ਘੁਮਾਓ ਤਾਂ ਹੁਣੇ ਲੱਗ ਜਾਂਦਾ ਇੰਡੀਆ। ਫੋਨ ਤਾਂ ਇਦੋਂ ਵੀ ਤੇਜ਼ ਜਾਂਦਾ ਜਹਾਜ਼ ਤੋਂ ਵੀ। ਇਹ ਸ਼ਕਤੀ ਹੈ। ਤੇ ਮਨ ਨੂੰ ਕਹੋ ਤਾਂ ਹਰਮੰਦਰ ਸਾਹਿਬ ਅੱਧਾ ਹਰ ਕਿਹਾ ਸੀਗਾ, ਮਨ ਦੇ ਮੂਹਰੇ ਫੋਟੋ ਆ ਗਈ। ਹਰਮੰਦਰ ਸਾਹਿਬ ਪਹੁੰਚ ਵੀ ਗਏ ਆਪਾਂ। ਮਨ ਦੀ ਸ਼ਕਤੀ ਉਸ ਤੋਂ ਵੀ ਤੇਜ਼ ਹੈ। ਇਸ ਕਰਕੇ ਸਾਡੇ ਅੰਦਰ ਜਿਹੜਾ ਮਨ ਹੈ ਇਹੀ ਸਾਰਿਆਂ ਨਾਲੋਂ ਵੱਡੀ ਤਾਕਤ ਹੈ। ਸਤਿਗੁਰੂ ਕਹਿੰਦੇ ਮਨ ਜੀਤਾ ਜਗ ਜੀਤ, ਮਨ ਨੂੰ ਜਿੱਤ ਲੈਣਾ ਕਰੋ।